ਦੋ ਬੁੱਧ ਸਾਧੂ, ਜੋ ਇੱਕ ਥੋੜ੍ਹਾ ਬੁੱਢਾ ਸੀ ਤੇ ਦੂਸਰਾ ਜਵਾਨ, ਦੋਨੇ ਇੱਕ ਪਿੰਡ ਵਿੱਚੋਂ ਭਿੱਖਿਆ ਮੰਗ ਕੇ ਸ਼ਾਮ ਦੇ ਸਮੇਂ ਵਾਪਸ ਆਪਣੇ ਆਸ਼ਰਮ ਵੱਲ ਜਾ ਰਹੇ ਸੀ। ਆਸ਼ਰਮ ਤੋਂ ਥੋੜ੍ਹਾ ਪਹਿਲਾਂ ਪਹਾੜੀ ਵਿੱਚੋਂ ਇੱਕ ਨਦੀ ਵਗਦੀ ਸੀ। ਸ਼ਾਮ ਦਾ ਸਮਾਂ ਸੀ ਤੇ ਇੱਕ ਜਵਾਨ ਇਸਤਰੀ ਉਸ ਨਦੀ ਦੇ ਕਿਨਾਰੇ ਖੜੀ ਸੀ। ਉਸਨੇ ਵੀ ਨਦੀ ਨੂੰ ਪਾਰ ਕਰਨਾ ਸੀ, ਪਰ ਉਹ ਡਰ ਰਹੀ ਸੀ ਕਿਉਂਕਿ ਉਹ ਨਦੀ ਦੀ ਗਹਿਰਾਈ ਤੋਂ ਅਣਜਾਣ ਸੀ। ਬੁੱਢਾ ਸਾਧੂ ਅੱਗੇ ਅੱਗੇ ਚੱਲ ਰਿਹਾ ਸੀ। ਉਸ ਜਵਾਨ ਲੜਕੀ ਨੂੰ ਦੇਖ ਕੇ ਸਮਝ ਗਿਆ ਕਿ ਉਸ ਨੂੰ ਨਦੀ ਪਾਰ ਕਰਨ ਦੇ ਲਈ ਕਿਸੇ ਦੇ ਸਹਾਰੇ ਦੀ ਜ਼ਰੂਰਤ ਹੈ। ਬੁੱਢੇ ਸਾਧੂ ਦਾ ਮਨ ਕੀਤਾ ਕਿ ਉਸ ਇਸਤਰੀ ਨੂੰ ਹੱਥ ਨਾਲ ਸਹਾਰਾ ਦੇ ਕੇ ਨਦੀ ਪਾਰ ਕਰਾ ਦੇਵੇ, ਪਰ ਉਸ ਇਸਤਰੀ ਨੂੰ ਸਹਾਰਾ ਦੇਣ ਦੇ ਖਿਆਲ ਨਾਲ ਹੀ ਉਸ ਅੰਦਰ ਸਾਲਾਂ ਤੋਂ ਦੱਬੀ ਹੋਈ ਵਾਸਨਾ ਇੱਕਦਮ ਜਾਗ ਗਈ। ਇਸਤਰੀ ਦੇ ਹੱਥ ਨੂੰ ਛੂਹਣ ਦੀ ਕਲਪਨਾ ਨਾਲ ਹੀ ਉਸ ਦੀ ਨਸ-ਨਸ ਵਿੱਚ ਜਿਵੇਂ ਬਿਜਲੀ ਦੌੜਨ ਲੱਗੀ। ਉਸਨੇ 30 ਸਾਲਾਂ ਤੋਂ ਕਿਸੇ ਇਸਤਰੀ ਨੂੰ ਛੂਹਿਆ ਨਹੀਂ ਸੀ ਤੇ ਹੁਣ ਛੂਹਣ ਦੇ ਖਿਆਲ ਨਾਲ ਹੀ ਸਾਹ ਕੰਬਣ ਲੱਗੇ, ਜਿਵੇਂ ਇੱਕ ਤਰ੍ਹਾਂ ਦੇ ਬੁਖਾਰ ਜਿਹੇ ਨੇ ਸਾਰੇ ਸਰੀਰ ਨੂੰ ਜਕੜ ਲਿਆ ਹੋਵੇ। ਉਸਨੇ ਇੱਕ ਲੰਬਾ ਸਾਹ ਲਿਆ ਤੇ ਮਨ ਨੂੰ ਸਮਝਾਇਆ, ਇਹ ਕਿਹੋ ਜਿਹੀ ਗੰਦੀ ਗੱਲ ਸੋਚ ਲਈ, ਇਹ ਕਿਹੋ ਜਿਹੀ ਪਾਪ ਦੀ ਗੱਲ ਸੋਚ ਲਈ। ਮੈਨੂੰ ਕੀ ਮਤਲਬ ਕਿਸੇ ਤੋਂ ਨਦੀ ਪਾਰ ਹੋਵੇ ਜਾਂ ਨਾ ਹੋਵੇ, ਉਸ ਦੇ ਲਈ ਮੈਂ ਆਪਣਾ ਜੀਵਨ ਆਪਣੀ ਸਾਧਨਾ ਕਿਉਂ ਵਿਗਾੜਾਂ। ਇੰਨੀ ਕੀਮਤੀ 30 ਸਾਲਾਂ ਦੀ ਸਾਧਨਾ ਇਸ ਲੜਕੀ 'ਤੇ ਲਗਾ ਦੇਵਾਂ? ਬਿਲਕੁਲ ਵੀ ਨਹੀਂ। ਇਹ ਕਹਿ ਕੇ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਪਰ ਉਹ ਜਵਾਨ ਇਸਤਰੀ ਤਾਂ ਅੱਖਾਂ ਬੰਦ ਕਰਕੇ ਵੀ ਦਿਖਾਈ ਦੇਣ ਲੱਗੀ, ਜਾਂ ਇਹ ਕਹਿ ਲਵੋ ਕਿ ਹੋਰ ਵੀ ਜ਼ਿਆਦਾ ਆਕਰਸ਼ਿਤ ਦਿਖਾਈ ਦੇਣ ਲੱਗੀ, ਕਿਉਂਕਿ ਹੁਣ ਮਨ ਜਾਗ ਗਿਆ ਸੀ। ਸੁੱਤੀ ਹੋਈ ਵਾਸਨਾ ਜਾਗ ਗਈ ਸੀ। ਅੱਖ ਬੰਦ ਕਰਕੇ ਹੀ ਉਹ ਲੜਕੀ ਦੇ ਕੋਲੋਂ ਹੁੰਦਾ ਹੋਇਆ ਨਦੀ ਵਿੱਚ ਉਤਰ ਗਿਆ। ਹੁਣ ਇਹ ਗੱਲ ਤੁਹਾਨੂੰ ਪਤਾ ਹੀ ਹੋਵੇਗੀ ਕਿ ਜਿਸ ਚੀਜ਼ ਉੱਪਰ ਅੱਖਾਂ ਬੰਦ ਕਰ ਲਈਆਂ ਜਾਣ, ਉਹ ਅਸਲੀਅਤ ਵਿੱਚ ਉਨੀ ਸੋਹਣੀ ਨਹੀਂ ਹੁੰਦੀ ਜਿੰਨੀ ਅੱਖਾਂ ਬੰਦ ਕਰਕੇ ਜਾਂ ਜ਼ਬਰਦਸਤੀ ਉਸ ਤੋਂ ਮੂੰਹ ਫੇਰਨ ਨਾਲ ਲੱਗਦੀ ਹੈ। ਉਸਨੇ ਅੱਖਾਂ ਬੰਦ ਕੀਤੀਆਂ ਤੇ ਉਹ ਲੜਕੀ ਉਸ ਦੇ ਲਈ ਅਫਸਰਾ ਹੋ ਗਈ। ਦਰਅਸਲ ਸਾਰੀਆਂ ਅਫਸਰਾਵਾਂ ਇਸ ਤਰ੍ਹਾਂ ਹੀ ਪੈਦਾ ਹੁੰਦੀਆਂ, ਬੰਦ ਅੱਖਾਂ ਨਾਲ। ਦੁਨੀਆ ਵਿੱਚ ਸਿਰਫ ਇਸਤਰੀਆਂ ਨੇ, ਪਰ ਅੱਖਾਂ ਬੰਦ ਕਰਨ 'ਤੇ ਜਾਂ ਜ਼ਬਰਦਸਤੀ ਖੁਦ ਨੂੰ ਇਸਤਰੀਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਵਿੱਚ ਉਹ ਸਾਨੂੰ ਅਫਸਰਾ ਲੱਗਣ ਲੱਗ ਜਾਂਦੀਆਂ। ਅੱਖਾਂ ਬੰਦ ਕਰਕੇ ਹੀ ਸੁਪਨਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਸਾਧੂ ਨੇ ਜ਼ਬਰਦਸਤੀ ਆਪਣੀਆਂ ਅੱਖਾਂ ਬੰਦ ਕੀਤੀਆਂ ਸੀ। ਇਸ ਲਈ ਹੁਣ ਮਨ ਵਿੱਚ ਉਸ ਇਸਤਰੀ ਨੂੰ ਹੀ ਵੇਖ ਰਿਹਾ ਸੀ। ਉਸ ਦੇ ਮਨ ਵਿੱਚ ਇੱਕ ਸੁਪਨਾ ਸ਼ੁਰੂ ਹੋ ਗਿਆ ਸੀ। ਉਹ ਇਸਤਰੀ ਉਸ ਨੂੰ ਆਕਰਸ਼ਿਤ ਕਰ ਰਹੀ ਸੀ। ਉਸ ਦਾ ਮਨ ਕਹਿੰਦਾ ਹੈ ਕਿ ਇਹ ਤਾਂ ਗਲਤ ਗੱਲ ਹੈ ਕਿ ਕਿਸੇ ਮੁਸੀਬਤ ਵਿੱਚ ਫਸੀ ਇਸਤਰੀ ਦੀ ਸਹਾਇਤਾ ਹੀ ਨਾ ਕਰੀਏ, ਪਰ ਉਸੇ ਵੇਲੇ ਉਸ ਦਾ ਦੂਸਰਾ ਮਨ ਕਹਿੰਦਾ ਹੈ ਕਿ ਇਹ ਸਭ ਬੇਈਮਾਨੀ ਹੈ। ਆਪਣੇ ਮਨ ਨੂੰ ਧੋਖਾ ਦੇਣ ਦੇ ਤਰੀਕੇ ਲੱਭ ਰਹੇ ਹੋ। ਇਹ ਸਹਾਇਤਾ ਨਹੀਂ, ਬਲਕਿ ਤੂੰ ਉਸ ਨੂੰ ਛੂਹਣਾ ਚਾਹੁੰਦਾ ਹੈ। ਸਾਧੂਆਂ ਦੇ ਲਈ ਇਸਤਰੀਆਂ ਸਿਰਫ ਇੱਕ ਸਮੱਸਿਆ ਹੈ। ਨਦੀ ਦੇ ਪਾਰ ਉਸ ਸਾਧੂ ਦਾ ਮਨ ਅਸ਼ਾਂਤ ਹੈ ਤੇ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸਾ ਉਸ ਨੂੰ ਉਸ ਲੜਕੀ ਦੇ ਵੱਲ ਆਕਰਸ਼ਿਤ ਕਰਦਾ ਹੈ, ਜਦਕਿ ਤੁਰੰਤ ਹੀ ਉਸ ਦਾ ਦੂਸਰਾ ਹਿੱਸਾ ਉਸ ਨੂੰ ਉਸ ਲੜਕੀ ਤੋਂ ਦੂਰ ਜਾਣ ਦੀ ਸਲਾਹ ਦਿੰਦਾ ਹੈ। ਤੇ ਉਹ ਵਿਚਾਰੀ ਲੜਕੀ ਨੂੰ ਜੋ ਉੱਥੇ ਖੜੀ ਸੀ, ਉਸ ਨੂੰ ਕੁਝ ਨਹੀਂ ਪਤਾ ਕਿ ਉਸ ਦੀ ਵਜ੍ਹਾ ਨਾਲ ਉਸ ਸਾਧੂ ਦੇ ਮਨ ਵਿੱਚ ਕੀ ਕੀ ਭੁਚਾਲ ਆਇਆ ਪਿਆ ਹੈ, ਕੀ ਕੀ ਭੇਦ ਭਾਵ ਚੱਲ ਰਿਹਾ ਹੈ ਉਸ ਦੇ ਦਿਮਾਗ ਵਿੱਚ। ਉਹ ਤਾਂ ਬਸ ਉੱਥੇ ਖੜੀ ਹੈ ਕਿਸੇ ਦੀ ਉਡੀਕ ਵਿੱਚ, ਜੋ ਕਿ ਉਸ ਦੀ ਮਦਦ ਕਰਕੇ ਉਸ ਨੂੰ ਨਦੀ ਪਾਰ ਕਰਾ ਦੇਵੇ। ਤਾਂ ਉਹ ਸਾਧੂ ਇਹ ਸਭ ਚੱਲਦੇ ਨਦੀ ਪਾਰ ਕਰਦਾ ਹੈ ਤੇ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਦਾ ਸਾਥੀ ਸਾਧੂ ਤਾਂ ਪਿੱਛੇ ਰਹਿ ਗਿਆ। ਕਿਤੇ ਉਸ ਜਵਾਨ ਲੜਕੀ ਉੱਪਰ ਦਇਆ ਕਰਕੇ ਉਸ ਨੂੰ ਨਦੀ ਪਾਰ ਕਰਾਉਣ ਦੇ ਚੱਕਰ ਵਿੱਚ ਉਸ ਨੂੰ ਛੂਹਣ ਦੀ ਭੁੱਲ ਨਾ ਕਰ ਦੇਵੇ। ਇਸ ਲਈ ਉਸ ਨੂੰ ਪਹਿਲਾਂ ਹੀ ਸੁਚੇਤ ਕਰ ਦੇਣਾ। ਇਹ ਸੋਚ ਕੇ ਜਿਵੇਂ ਹੀ ਉਹ ਪਿੱਛੇ ਮੁੜਦਾ ਹੈ, ਉਹ ਦੇਖਦਾ ਹੈ ਕਿ ਭੁੱਲ ਤਾਂ ਹੋ ਚੁੱਕੀ ਹੈ। ਉਹ ਜਵਾਨ ਸਾਧੂ ਲੜਕੀ ਨੂੰ ਮੋਢਿਆਂ ਉੱਪਰ ਬਿਠਾ ਕੇ ਨਦੀ ਪਾਰ ਕਰਾ ਰਿਹਾ ਹੈ। ਇਹ ਦੇਖ ਕੇ ਉਸ ਬੁੱਢੇ ਸਾਧੂ ਅੰਦਰ ਅੱਗ ਲੱਗ ਗਈ। ਪਤਾ ਨਹੀਂ ਕਿਵੇਂ ਕਿਵੇਂ ਦਾ ਮਨ ਹੋਣ ਲੱਗਿਆ। ਕਈ ਵਾਰ ਉਸ ਦੇ ਦਿਮਾਗ ਵਿੱਚ ਆਇਆ ਕਿੰਨਾ ਚੰਗਾ ਹੁੰਦਾ
ਜੇਕਰ ਮੈਂ ਹੀ ਉਸ ਨੂੰ ਨਦੀ ਪਾਰ ਕਰਾ ਦਿੰਦਾ। ਪਰ ਅਗਲੇ ਹੀ ਪਲ ਉਸਨੇ ਖੁਦ ਦੇ ਮਨ ਨੂੰ ਝਿੜਕਿਆ ਕਿ ਇਹ ਕੀ ਪਾਗਲਪਣ ਵਾਲੀ ਗੱਲ ਹੈ, ਤੇ ਉਸ ਇਸਤਰੀ ਨੂੰ ਆਪਣੇ ਮੋਢਿਆਂ ਉੱਪਰ ਚੁੱਕਾਂ। 30 ਸਾਲ ਦੀ ਸਾਧਨਾ ਥੋੜ੍ਹੋ ਖਤਮ ਕਰਨੀ ਹੈ। ਗੰਦਗੀ ਦਾ ਢੇਰ ਹੈ ਔਰਤ ਦਾ ਸਰੀਰ, ਤੇ ਮੈਂ ਉਸ ਨੂੰ ਆਪਣੇ ਮੋਢਿਆਂ 'ਤੇ ਬਿਠਾਵਾਂਗਾ। ਨਰਕ ਦਾ ਦੁਆਰ ਹੈ ਇਸਤਰੀ। ਤੇ ਦੂਸਰੇ ਹੀ ਪਾਸੇ ਉਸ ਜਵਾਨ ਸਾਧੂ ਦੇ ਮੋਢਿਆਂ ਉੱਪਰ ਉਸ ਇਸਤਰੀ ਨੂੰ ਵੇਖ ਕੇ ਬੁੱਢਾ ਸਾਧੂ ਅੱਗ ਬਬੂਲਾ ਹੋ ਰਿਹਾ ਸੀ। ਉਸਨੇ ਸੋਚਿਆ ਕਿ ਅੱਜ ਜਾ ਕੇ ਗੁਰੂ ਨੂੰ ਕਹਾਂਗਾ ਕਿ ਇਹ ਜਵਾਨ ਸਾਧੂ ਭ੍ਰਿਸ਼ਟ ਹੋ ਚੁੱਕਿਆ ਹੈ, ਇਸ ਨੂੰ ਆਸ਼ਰਮ ਤੋਂ ਬਾਹਰ ਕੱਢੋ। ਉਦੋਂ ਹੀ ਉਹ ਜਵਾਨ ਸਾਧੂ ਉਸ ਲੜਕੀ ਨੂੰ ਨਦੀ ਪਾਰ ਕਰਾ ਕੇ ਉਸ ਨੂੰ ਆਪਣੇ ਮੋਢਿਆਂ ਤੋਂ ਉਤਾਰ ਦਿੰਦਾ ਹੈ ਤੇ ਚੁੱਪਚਾਪ ਅੱਗੇ ਚਲਿਆ ਜਾਂਦਾ ਹੈ। ਉਹ ਦੋਨੋਂ ਚੱਲਦੇ ਜਾਂਦੇ ਨੇ, ਪਰ ਬੁੱਢਾ ਸਾਧੂ ਰਸਤੇ ਵਿੱਚ ਕੋਈ ਵੀ ਗੱਲ ਨਹੀਂ ਕਰਦਾ। ਜਦੋਂ ਉਹ ਆਸ਼ਰਮ ਦੇ ਦੁਆਰ ਵੱਲ ਵਧ ਰਹੇ ਸੀ ਤਾਂ ਬੁੱਢੇ ਸਾਧੂ ਨੇ ਪੌੜੀਆਂ ਉੱਪਰ ਖੜ੍ਹ ਕੇ ਕਿਹਾ, ਯਾਦ ਰੱਖੀ, ਮੈਂ ਜਾ ਕੇ ਗੁਰੂ ਨੂੰ ਕਹਾਂਗਾ ਕਿ ਤੂੰ ਅਪਵਿੱਤਰ ਹੋ ਚੁੱਕਿਆ ਹੈ। ਤੂੰ ਉਸ ਇਸਤਰੀ ਨੂੰ ਮੋਢਿਆਂ ਉੱਪਰ ਕਿਉਂ ਚੱਕਿਆ? ਜਵਾਨ ਸਾਧੂ ਇੱਕਦਮ ਹੈਰਾਨ ਹੋਇਆ ਤੇ ਬੋਲਿਆ, ਇਸਤਰੀ? ਉਸ ਨੂੰ ਮੈਂ ਉਠਾਇਆ ਸੀ, ਪਰ ਨਦੀ ਤੋਂ ਪਾਰ ਛੱਡ ਵੀ ਦਿੱਤਾ। ਪਰ ਮੈਨੂੰ ਇਹ ਕਹਿੰਦੇ ਤੇ ਸੋਚਦੇ ਬੜੀ ਸ਼ਰਮ ਆ ਰਹੀ ਹੈ ਕਿ ਤੁਸੀਂ ਉਸ ਨੂੰ ਹਾਲੇ ਵੀ ਚੁੱਕੀ ਫਿਰਦੇ ਹੋ। ਤੁਸੀਂ ਤਾਂ ਉਸ ਨੂੰ ਉਠਾਇਆ ਵੀ ਨਹੀਂ, ਪਰ ਤੁਸੀਂ ਹਾਲੇ ਵੀ ਆਪਣੇ ਦਿਮਾਗ ਵਿੱਚ ਉਸ ਨੂੰ ਢੋ ਰਹੇ ਹੋ, ਉਸ ਦੇ ਬਾਰੇ ਸੋਚ ਰਹੇ ਹੋ। ਮੈਂ ਵੀ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਵੇਖ ਕੇ ਸੋਚ ਰਿਹਾ ਸੀ ਕਿ ਤੁਸੀਂ ਕਿਸੇ ਧਿਆਨ 'ਚ ਅੜੇ ਹੋਏ ਹੋ, ਪਰ ਤੁਸੀਂ ਤਾਂ ਉਸ ਔਰਤ ਨੂੰ ਆਪਣੇ ਮਨ ਹੀ ਮਨ ਵਿੱਚ ਨਦੀ ਪਾਰ ਕਰਾ ਰਹੇ ਸੀ। ਦੋਸਤੋ, ਇਸੇ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਵਿੱਚ ਉਹਨਾਂ ਪੁਰਾਣੀਆਂ ਗੱਲਾਂ ਅਤੇ ਚੀਜ਼ਾਂ ਨੂੰ ਢੋਂਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਲੈ ਕੇ ਸਾਡੇ ਅੰਦਰ ਲੜਾਈ ਚੱਲ ਰਹੀ ਹੁੰਦੀ ਹੈ, ਅਤੇ ਸਾਨੂੰ ਪਤਾ ਵੀ ਨਹੀਂ ਲੱਗ ਪਾਉਂਦਾ ਕਿ ਅਸੀਂ ਇੱਕ ਪੁਰਾਣੇ ਮਾਨਸਿਕ ਬੋਝ ਨੂੰ ਆਪਣੇ ਨਾਲ ਢੋ ਰਹੇ ਹਾਂ। ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਅਸੀਂ ਸਭ ਨੇ ਆਪਣੇ ਆਪ ਨੂੰ ਇੱਕ ਧਾਰਾ ਵਿੱਚ ਜੋੜ ਰੱਖਿਆ ਹੈ। ਅਸੀਂ ਆਪਣੇ ਆਪ ਨੂੰ ਦਬਾ ਰਹੇ ਹਾਂ, ਅਤੇ ਉਹ ਦਬਾਇਆ ਹੋਇਆ ਹੀ ਜ਼ਖਮ ਬਣ ਜਾਂਦਾ ਹੈ, ਅਤੇ ਉਹ ਜ਼ਖਮ ਦਰਦ ਦਿੰਦਾ ਹੈ। ਉਹ ਜ਼ਖਮ ਦੀ ਵਜ੍ਹਾ ਨਾਲ ਸਾਨੂੰ ਬਾਹਰ ਉਹ ਚੀਜ਼ਾਂ ਦਿਖਾਈ ਦੇਣ ਲੱਗਦੀਆਂ ਜਿਨ੍ਹਾਂ ਦੀ ਲੜਾਈ ਦਰਅਸਲ ਸਾਡੇ ਅੰਦਰ ਚੱਲ ਰਹੀ ਹੁੰਦੀ ਹੈ। ਸਾਰਾ ਸੰਸਾਰ ਇੱਕ ਸ਼ੀਸ਼ਾ ਬਣ ਜਾਂਦਾ ਹੈ। ਇਸ ਦਮਨ ਦੀ ਲੰਬੀ ਧਾਰ ਸਾਡੀ ਸ਼ਖਸੀਅਤ ਨੂੰ ਤਹਿਸ ਨਹਿਸ ਕਰਕੇ ਰੱਖ ਦਿੰਦੀ ਹੈ। ਜੇਕਰ ਤੁਸੀਂ ਕਿਸੇ ਆਦਮੀ ਦੀ ਛਾਤੀ 'ਤੇ ਸਵਾਰ ਹੋ ਗਏ ਹੋ ਤਾਂ ਤੁਸੀਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੇ, ਕਿਉਂਕਿ ਤੁਸੀਂ ਜਿਵੇਂ ਹੀ ਉਸ ਨੂੰ ਛੱਡੋਗੇ ਉਹ ਤੁਹਾਡੇ ਉੱਪਰ ਹਮਲਾ ਕਰ ਦੇਵੇਗਾ। ਜੇਕਰ ਕਿਸੇ ਆਦਮੀ ਦੀ ਛਾਤੀ 'ਤੇ ਤੁਸੀਂ ਸਵਾਰ ਹੋ ਗਏ ਹੋ ਤਾਂ ਸਮਝ ਲੈਣਾ ਕਿ ਜਿੰਨਾ ਤੁਸੀਂ ਉਸ ਨੂੰ ਦਬਾਇਆ ਹੈ, ਉਸ ਤੋਂ ਵੀ ਜ਼ਿਆਦਾ ਤੁਸੀਂ ਉਸ ਤੋਂ ਦਬ ਗਏ ਹੋ, ਕਿਉਂਕਿ ਤੁਸੀਂ ਉਸ ਨੂੰ ਛੱਡ ਕੇ ਨਹੀਂ ਜਾ ਸਕਦੇ। ਮਨ ਇਹੋ ਜਿਹੀਆਂ ਚੀਜ਼ਾਂ ਨੂੰ ਆਪਣੇ ਅੰਦਰ ਦਬਾ ਲੈਂਦਾ ਹੈ ਕਿ ਉਹਨਾਂ ਦੇ ਨਾਲ ਹੀ ਬੰਨ੍ਹਿਆ ਜਾਂਦਾ ਹੈ। ਉਹਨਾਂ ਨੂੰ ਛੱਡ ਕੇ ਹਟ ਨਹੀਂ ਸਕਦਾ, ਕਿਤੇ ਜਾ ਨਹੀਂ ਸਕਦਾ। ਇਸ ਲਈ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜ਼ਬਰਦਸਤੀ ਦਬਾਉਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਭਾਵਨਾਵਾਂ ਦੱਬ ਕੇ ਤੁਸੀਂ ਦੂਸਰਿਆਂ ਦੇ ਸਾਹਮਣੇ ਦਿਖਾਵਾ ਤਾਂ ਕਰ ਸਕਦੇ ਹੋ, ਪਰ ਤੁਹਾਡੇ ਅੰਦਰ ਇੱਕ ਭੁਚਾਲ ਪੈਦਾ ਹੋ ਜਾਵੇਗਾ ਅਤੇ ਇਹ ਤੁਹਾਡੇ ਅੰਦਰ ਅਸ਼ਾਂਤੀ ਨੂੰ ਪੈਦਾ ਕਰੇਗਾ। ਇਸ ਲਈ ਜੇਕਰ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਵਰਤਮਾਨ ਵਿੱਚ ਜੀਓ। ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ। ਜਿਵੇਂ ਦੇ ਹੋ ਉਵੇਂ ਦੇ ਰਹੋ। ਦੂਸਰਿਆਂ ਦੇ ਸਾਹਮਣੇ ਚੰਗਾ ਬਣਨ ਲਈ ਖੁਦ ਨੂੰ ਨਾ ਦਬਾਓ, ਕਿਉਂਕਿ ਤੁਸੀਂ ਜਿਵੇਂ ਵੀ ਹੋ ਉਵੇਂ ਚੰਗੇ ਹੋ, ਉਵੇਂ ਹੀ ਵਧੀਆ ਹੋ।